करांगा ਉਹਦੇ ਅਕੋਰਡਿੰਗਲੀ अपना ਜਿਹੜਾ नेक्स्ट टॉपिक बनना टॉपिक का नाम होएगा इलेक्ट्रोस्टैटिक शील्डिंग। ਜਿਹੜਾ नेक्स्ट टॉपिक अपने ਕੋਲ ਹੈਗਾ ठीक है ਇਹ ਹੁਣ ਛੋਟੇ ਛੋਟੇ दो 3 ਲਾਈਨਾਂ ਦੇ ਟੌਪਿਕ ਹੈ ਛੋਟੇ ਸਮਝ ਲਿਓ ਇੱਕ ਵਾਰੀ। इलेक्ट्रोस्टैटिक शील्डिंग इलेक्ट्रोस्टैटिक शील्डिंग का की मतलब ਆਪਾਂ ਹੁਣ ਇੱਕ ਪ੍ਰੋਪਰਟੀ ਕੀਤੀ ਬੇਟਾ ਫਸਟ ਪ੍ਰੋਪਰਟੀ ਇਹ ਸੀਗੀ ਆਪਣੀ ਕਿ net electric field inside the conducting slab is always zero। ਉਹਦਾ ਮਤਲਬ ਇਹ ਸੀਗਾ ਕਿ ਵੀ ਜੇਕਰ ਮੇਰੇ ਕੋਲ ਐਸਾ ਕੋਈ ਇੱਕ ਹੋਲੋ ਕੰਡਕਟਰ ਗਿਵਨ उस हॉलो कंडक्टर दे अंदर जिहड़ा नेट इलैक्ट्रिक फील्ड हुंदा ओदी स्ट्रेंथ हमेशा 0 ते इलैक्ट्रोस्टैटिक शील्डिंग तुसी केमिस्ट्री च एक पढ़दे हो शील्डिंग इफेक्ट ठीक है ओदे नाल रिलेट करन लगे किसी गल शील्डिंग दा मतलब है बचाना। इलैक्ट्रोस्टैटिक शील्डिंग का मतलब होएगा द फिनोमेना ऑफ प्रोटेक्टिंग ए सर्टेन रीजन ऑफ स्पेस फ्रॉम एक्सटर्नल इलैक्ट्रिक फील्ड ठीक है मतलब ये होया कि जे एक्सटर्नल इलैक्ट्रिक फील्ड दे इन्फ्लुएंस दे अंदर मैं किसी ऐसा एक रीजन नु इलैक्ट्रिक फील्ड तो किसी एक पोर्शन नु इलैक्ट्रिक फील्ड तो सेव करना इलैक्ट्रिक फील्ड दे अंदर चीज भी पई आ पर उत्ते इलैक्ट्रिक फील्ड भी ना होवे उस पर्पस वास्ते ਅਸੀਂ ऐसा की करदे कहंदा जी अपने उस गिवन रीजन नु ਤੁਸੀਂ ਕਿਸੇ ਇੱਕ ਹੋਲੋ ਕੰਡਕਟਰ ਦੇ ਨਾਲ ਐਨਕਲੋਜ਼ ਕਰ ਦਿਓ ठीक है किसी को हॉलो कंडक्टर दे नाल एनक्लोज कर दियो ओदे नाल उस पोर्शन दे अंदर इलैक्ट्रिक फील्ड नहीं होएगा। पंजाबी समझाना एक गल ना मान लो मेरे को ऐसा किसी एक चीज एक बॉडी नो मैं इलैक्ट्रिक फील्ड तो सेव करना ते मैं दो कौलियां लेतियां ते दो कौलियां नो ऐसा एक दूजे दे उत्ते रख देता पुठा ठीक है ना एक सीधी रखी एक पुठी रख दी ये जेड़ा एक हॉलो चैंबर बन गया ये जेड़ा एक हॉलो चैंबर बन गया ਹੁਣ ਇਹਦੇ ਤੋਂ ਬਾਹਰਲੇ ਪਾਸੇ ਸਾਰੀ ਥਾਂ ਤੇ ਇਲੈਕਟ੍ਰਿਕ ਫੀਲਡ ਹੈਗਾ ਪਰ ਜਦੋਂ ਮੈਂ ਇਸ ਦੇ ਅੰਦਰ ਇਲੈਕਟ੍ਰਿਕ ਫੀਲਡ ਮੇਜਰ ਕਰਾਂਗਾ ਨਾ ਆ ਪੋਰਸ਼ਨ ਇੱਥੇ ਕੋਈ ਇਲੈਕਟ੍ਰਿਕ ਫੀਲਡ ਨਹੀਂ ਹੋਏਗਾ। ਇਹਦਾ ਮਤਲਬ ਬਾਹਰ ਵਾਲੇ ਫੀਲਡ ਦਾ ਕੋਈ ਵੀ ਅਸਰ ਐਸਾ ਜ ਇਸ ਰੀਜਨ ਦੇ ਅੰਦਰ ਨਹੀਂ ਹੋਏਗਾ। ਉਹਦਾ ਕਾਰਨ ਆ ਕਿ ਇਹਦੇ ਅੰਦਰ ਜਿਹੜਾ ਨੈਟ ਫੀਲਡ ਹੁੰਦਾ ਉਹ ਹਮੇਸ਼ਾ ਮੇਰੇ ਕੋਲ 0 ਰਹੇਗਾ। ਇਸ ਫਿਨੋਮੀਨਾ ਨੂੰ ਅਸੀਂ ਨਾਮ ਦਿੰਦੇ ਕਿ ਵੀ ਇਲੈਕਟ੍ਰੋਸਟੈਟਿਕ ਸ਼ੀਲਡਿੰਗ। ਇਹਦੇ ਨਾਲ ਰਿਲੇਟ ਕਰਕੇ ਇੱਕ ਕੁਐਸਚਨ ਆਂਦਾ ਕਹਿੰਦਾ ਜੀ ਵੇਅਰ ਦਾ ਪਰਸਨ ਵਿਲ ਬੀ ਮੋਰ ਸੇਫਰ ਵੇਅਰ ਦਾ ਪਰਸਨ ਵਿਲ ਬੀ ਮੋਰ ਸੇਫਰ ਇਨਸਾਈਡ ਏ ਕਾਰ ਔਰ ਅੰਡਰ ਏ ਟਰੀ ਡਿਊਰਿੰਗ ਲਾਈਟਨਿੰਗ। ਜੇ ਲਾਈਟਨਿੰਗ ਹੁੰਦੀ ਹੋਵੇ ਤੁਸੀਂ ਇੱਕ ਪਾਸੇ ਕਹਿੰਦਾ ਜੀ ਕਿਸੇ ਬ੍ਰਿਕਸ ਦੇ ਥੱਲੇ ਖੜੇ ਹੋਵੋ ਟਰੀ ਦੇ ਥੱਲੇ ਖੜੇ ਹੋਵੋ ਤੇ ਦੂਜੇ ਪਾਸੇ ਕਿਸੇ ਤੁਸੀਂ ਕਾਰ ਦੇ ਅੰਦਰ ਬੈਠੇ ਹੋ ਜ਼ਿਆਦਾ ਸੇਫਰ ਕਿੱਥੇ ਹੋ ਗੱਡੀ ਦੇ ਵਿੱਚ ਕਾਰ ਦੇ ਵਿੱਚ ਸਰ। ਉਹਦਾ ਸਿੰਪਲ ਜਿਹਾ ਰੀਜ਼ਨ ਇਹ ਆ ਕਿ ਕਾਰ ਸਾਡੀ ਇੱਕ ਐਸਐਚ ਜਿਹੜੀ ਹੋਲੋ ਚੈਂਬਰ ਬਣ ਗਈ ਬਾਹਰੋਂ ਲਾਈਟਨਿੰਗ ਦੇ ਕਰਕੇ ਜਿੰਨਾ ਵੀ ਇਲੈਕਟ੍ਰਿਕ ਫੀਲਡ ਆਏਗਾ ਹਨਾ ਉਹ ਚੈਂਬਰ ਦੀ ਸਰਫੇਸ ਦੇ ਉੱਤੇ ਤੇ ਐਗਜ਼ਿਸਟ ਕਰੇਗਾ ਪਰ ਇੰਟੀਰੀਅਰ ਦੇ ਅੰਦਰ ਜਿਹੜਾ ਨੈਟ ਫੀਲਡ ਹੋਏਗਾ ਦੈਟ ਆਲਵੇਸ ਕਮ ਆਊਟ ਟੂ ਬੀ 0। ਇਸੇ ਤਰ੍ਹਾਂ ਇੱਕ ਹੋਰ ਕੁਐਸਚਨ ਬਣ ਜਾਂਦਾ ਕਹਿੰਦਾ ਜੀ ਫੈਰਾਡੇ ਐਂਟਰ ਏ ਬਿਗ ਮੈਟਲ ਕੇਜ Faraday enter a big metal cage and the metal cage is charged up to कहना जी 10,000 volt ठीक है whether the Faraday will be safer inside yes sir yes sir yes sir yes sir जो safe होएगा क्यों safe होएगा क्योंकि वो जितना ऐसा च तुसी ਉਹਨੂੰ potential ਦਿੱਤਾ ਵਾ 10,000 volt ਦਾ potential ਦਿੱਤਾ ਉਹਦੇ ਕਰਕੇ ਜਿੰਨਾ ਵੀ ਇਲੈਕਟ੍ਰਿਕ ਫੀਲਡ ਆ ਉਹ ਉਸ ਮੈਟਲ ਕੇਜ ਦੀ ਸਰਫੇਸ ਤੇ ਐਗਜ਼ਿਸਟ ਕਰੇਗਾ but no electric field will be कहना जी present inside the कहना जी metallic cage। so इस वे ना मान लो ਤੁਹਾਡਾ ਕੋਈ delicate instrument ਆ ठीक है ਜਿਹੜਾ ਐਸਾ ਚ ਉਹਦੀ ਜਦੋਂ ਮੈਂ ਰੀਡਿੰਗ ਲੈਣੀ ਹੋਵੇ ਮੰਨ ਲਓ ਜਸਟ ਐਗਜ਼ਾਮਪਲ ਦੇਣਾ ਕੋਈ ਐਮੀਟਰ ਆ ਮੈਂ ਉਹਦਾ ਕਰੰਟ ਦੀ ਰੀਡਿੰਗ ਲੈਣੀ ਤੇ ਜਦੋਂ ਮੈਂ ਰੀਡਿੰਗ ਲੈਣ ਲੱਗਦਾ ਉਹਦੇ ਲਾਗੇ ਕੋਈ ਐਸਾ ਚੇਤਾ ਦਾ ਇਨਸਟਰੂਮੈਂਟ ਜਾਂ ਕੋਈ ਚੀਜ਼ ਪਈ ਆ ਠੀਕ ਹੈ ਜਿਹਦੇ ਕਰਕੇ ਉਹਦਾ ਇਲੈਕਟ੍ਰਿਕ ਫੀਲਡ ਜਿਹੜਾ ਵਾ ਉਹ ਕੋਲ ਪਈ ਚੀਜ਼ ਦਾ ਇਲੈਕਟ੍ਰਿਕ ਫੀਲਡ ਜਿਹੜਾ ਵਾ ਉਹ ਮੇਰੀ ਰੀਡਿੰਗ ਜਿਹੜੀ ਐਮੀਟਰ ਦੀ ਲੈ ਰਿਹਾ ਨਾ ਉਹਨਾਂ ਇੰਟਰਫੇਅਰ ਕਰਦਾ ਉਹ ਕਹਿੰਦਾ ਜੀ ਉਹਦਾ ਸਭ ਤੋਂ ਬੈਸਟ ਵੇ ਹੋਏਗਾ ਕਿ ਤੁਸੀਂ ਆਪਣੇ ਐਮੀਟਰ ਨੂੰ ਇੱਕ ਹੋਲੋ ਚੈਂਬਰ ਦੇ ਅੰਦਰ ਐਨਕਲੋਜ਼ ਕਰਕੇ ਕਨੈਕਸ਼ਨ ਕਰਕੇ ਰੱਖ ਦਿਓ ਤੇ ਹੋਲੋ ਚੈਂਬਰ ਦੇ ਅੰਦਰ ਜਿਹੜਾ ਵਾ ਉਹ ਇਲੈਕਟ੍ਰਿਕ ਫੀਲਡ ਐਗਜ਼ਿਸਟ ਨਹੀਂ ਕਰੇਗਾ ਇਸ ਲਈ ਤੁਹਾਡੇ ਉਸ ਚੈਂਬਰ ਦੇ ਅੰਦਰ ਜਿਹੜੀ ਐਮੀਟਰ ਪਿਆ ਵਾ ਉਹਦੀ ਰੀਡਿੰਗ ਮੇਰੇ ਕੋਲ ਕਹਿੰਦਾ ਜੀ ਐਕੂਰੇਟ ਆ ਜਾਏਗੀ।
ਇਹਦਾ ਮਤਲਬ ਇਹ ਹੋ ਗਿਆ ਕਿ ਕਿਸੇ ਵੀ ਡੈਲੀਗੇਟ ਇਨਸਟਰੂਮੈਂਟ ਨੂੰ ਜੇ ਇਲੈਕਟ੍ਰਿਕ ਫੀਲਡ ਤੋਂ ਸੇਵ ਕਰਨਾ ਵਾ ਤੇ ਉਸ ਮੂਵਮੈਂਟ ਤੇ ਅਸੀਂ ਜਿਹੜਾ ਫਿਨੋਮੀਨਾ ਯੂਟਿਲਾਈਜ਼ ਕਰਦੇ ਆ ਉਹਨੂੰ ਅਸੀਂ ਨਾਮ ਦਿੰਦੇ ਆ ਇਲੈਕਟ੍ਰੋਸਟੈਟਿਕ ਸ਼ੀਲਡਿੰਗ। ਕੀ ਗੱਲ ਸਮਝ ਆਈ? यस सर। यस सर। ਚਲੋ ਇਦਾਂ ਹੀ ਇੱਕ ਛੋਟੀ ਜਿਹੀ ਟਰਮ ਹੋਰ ਆ ਜਿਹੜਾ ਆਪਣੇ ਚੈਪਟਰ ਦਾ ਨਾਮ ਆ ਐਂਡ ਦ ਨੈਕਸਟ ਟਰਮ ਇਜ਼ ਟੂ ਬੀ ਦ ਕਪੈਸਿਟੈਂਸ। कैपेसिटेंस किनु का कहना मतलब कैपेसिटेंस इज द कैपेसिटी यानी कैपेसिटेंस कैपेसिटी दा दूजा नाम है। कहना भी कादी कैपेसिटी? कहना जी एबिलिटी ऑफ ए कंडक्टर और कैपेसिटर, दो वर्ड बोले किसे कंडक्टर दी या किसे कैपेसिटर दी, इनु आपां एक्सप्लेन करांगे अगे। किसे कंडक्टर दी या किसे कैपेसिटर दी चार्ज स्टोर करन दी कितनी कैपेसिटी है, किन्नी ओदी एबिलिटी है चार्ज स्टोर करन दी, ओदी उस एबिलिटी नु ਅਸੀਂ कैपेसिटेंस ਦਾ ਨਾਮ ਦਿੰਨੇ ਹਾਂ। यानी कैपेसिटेंस ਨੂੰ डिफाइन करा ਤਾਂ ਆਪਾਂ ਕਹਾਂਗੇ एबिलिटी ऑफ ए कंडक्टर टू स्टोर इलेक्ट्रिक चार्ज। ठीक है, किसी इलेक्ट्रिक चार्ज ਨੂੰ स्टोर ਕਰਨ ਦੀ ਕਿਸੇ ਮਟੀਰੀਅਲ ਦੀ ਕਿੰਨੀ ਕੁ ਕੈਪੈਸਿਟੀ ਹੈਗੀ ਆ, ਉਸ ਟਰਮ ਦਾ ਨਾਮ ਅਸੀਂ ਕੈਪੈਸਿਟੈਂਸ ਕਹਿੰਦੇ ਹਾਂ। ਹੁਣ ਇਹਦੀ ਸਿੰਪਲ ਜਿਹੀ ਐਗਜ਼ਾਮਪਲ ਆ ਮੇਰੇ ਕੋਲ ਐਸਾ ਜਿਵੇਂ ਕਹਿੰਦੇ ਸੈੱਲ ਵਾ, ਫਿਰ ਉਹੀ ਐਗਜ਼ਾਮਪਲ ਤੇ ਜਾਂਦੇ ਹਾਂ। ਜਿਹੜਾ ਸੈੱਲ ਵਾ ਬੇਸਿਕਲੀ ਸੈੱਲ ਦੇ ਅੰਦਰ ਹੁੰਦਾ ਕੀ ਆ, ਜੇ ਆਪਾਂ ਲੈ ਕੇ ਚੱਲੀਏ ਕਹਿੰਦੇ ਜੀ ਸੈੱਲ ਦੇ ਅੰਦਰ ਦੋ ਮੇਰੇ ਕੋਲ ਮੈਟਲ ਪਲੇਟਸ ਪਈਆਂ, ਇਹਨੇ ਦੋ ਮੇਰੇ ਕੋਲ ਮੈਟਲ ਵਾਇਰ ਆ, ਮੈਟਲ ਰੋਡ ਆ, ਮੈਟਲ ਪਲੇਟ ਆ, ਜੋ ਮਰਜ਼ੀ ਵਟਐਵਰ ਵਰਡ ਤੁਸੀਂ ਯੂਜ਼ ਕਰ ਸਕਦੇ ਹੋ। ਆ ਮੇਰੇ ਕੋਲ ਦੋ ਮੈਟਲ ਪਲੇਟ ਪਈਆਂ, ठीक है, मान लो एक मेरे को कॉपर प्लेट आ, एक मेरे को जिंक प्लेट आ, बीच में सल्फ्यूरिक एसिड ऐड किया हुआ या कॉपर सल्फेट कह दो, जो मर्जी कह दो। ठीक है, कोई इलेक्ट्रोलाइट में फिल किया हुआ है अंदर। ठीक है जी, हुन होएगा कि जदों ये इलेक्ट्रोलाइट डिसोशिएट करदा, लेट मी से कि इन्हें मेरे को की कीता हाइड्रोजन आयन ते सल्फेट आयन बनाए। गल समझ लगदी भी? यस सर। यस सर। ਜਦੋਂ ਇਹ ਹਾਈਡਰੋਜਨ ਤੇ ਸਲਫੇਟ ਆਇਨ ਬਣੇ, ਇਹਨਾਂ ਕਰਕੇ ਕੀ ਹੋ ਰਿਹਾ ਕਿ ਇਹ ਆਇਨਸ ਕਰਕੇ ਇਹ ਮੇਰੀਆਂ ਦੋਨੋਂ ਪਲੇਟ ਜਿਹੜੀਆਂ ਚਾਰਜ ਹੁੰਦੀਆਂ ਜਾ ਰਹੀਆਂ। ਮਤਲਬ ਇੱਕ ਪਲੇਟ ਜਿਹੜੀ ਆ ਮੰਨ ਲਓ ਉਹ ਇਲੈਕਟ੍ਰੋਨ ਰਿਲੀਜ਼ ਕਰੀ ਜਾਂਦੀ, ਠੀਕ ਹੈ, ਦੂਜੀ ਪਲੇਟ ਇਲੈਕਟ੍ਰੋਨ ਗੇਨ ਕਰੀ ਜਾਂਦੀ, ਜਿਹਦੇ ਕਰਕੇ ਇੱਕ ਪਲੇਟ ਮੇਰੀ ਪੋਜ਼ਿਟਿਵ ਚਾਰਜ ਤੇ ਇੱਕ ਪਲੇਟ ਮੇਰੀ ਨੈਗੇਟਿਵ ਚਾਰਜ ਬਣਦੀ ਪਈ। ਹੁਣ ਇਹਨਾਂ ਪਲੇਟਾਂ ਦੀ ਕਿੰਨੀ ਕੁ ਕੈਪੈਸਿਟੀ ਆ ਚਾਰਜ ਨੂੰ ਸਟੋਰ ਕਰਨ ਦੀ? ਇਹਦਾ ਮਤਲਬ ਇਹਨਾਂ ਪਲੇਟਾਂ ਤੇ ਜਾ ਕੇ ਚਾਰਜ ਸਟੋਰ ਹੀ ਹੋ ਰਿਹਾ। ਹੁਣ ਕਿੰਨੀ ਕੈਪੈਸਿਟੀ ਆ ਇਹਨਾਂ ਪਲੇਟਾਂ ਦੀ ਚਾਰਜ ਨੂੰ ਸਟੋਰ ਕਰਨ ਦੀ, ਉਸ ਐਬਿਲਿਟੀ ਦਾ ਨਾਮ ਜਿਹੜਾ ਵਾ ਉਹ ਅਸੀਂ ਕੈਪੈਸਿਟੈਂਸ ਕਹਿੰਦੇ ਆ। ਕੀ ਟਰਮ ਸਮਝ ਆਈ? यस सर। यस सर। यस सर। ਇਹਦਾ ਵੀ ਕੈਪੈਸਿਟੈਂਸ ਡਿਪੈਂਡ ਕਰਦੀ ਆ। ਆਪਾਂ ਜੇ ਗੱਲ ਕਰੀਏ ਅੱਗੇ ਕੰਟੀਨਿਊ, ਕੈਪੈਸਿਟੈਂਸ ਕਿਤੇ ਡਿਪੈਂਡ ਕਰਦੀ, ਉਹਨੂੰ ਸਮਝਾਉਣ ਲਈ ਆਪਾਂ ਇੱਥੇ ਇੱਕ ਫੇਰ ਵਰਡ ਦੁਬਾਰਾ ਲੈ ਰਹੇ। ਜਿੱਦਾਂ ਜਿੱਦਾਂ ਇਸ ਪਲੇਟ ਦੇ ਪੋਜ਼ਿਟਿਵ ਚ ਚਾਰਜ ਵਧਦਾ ਜਾਏਗਾ, ਅਸੀਂ ਕਹਿੰਦੇ ਇਸ ਪਲੇਟ ਦਾ ਪੋਟੈਂਸ਼ੀਅਲ ਪੋਜ਼ਿਟਿਵ ਚ ਵਧ ਰਿਹਾ। ਉਹ ਤੇ ਇਹਦਾ ਮਤਲਬ ਇਹ ਆ ਜਦੋਂ ਅਗਲਾ ਇਹਦੇ ਵਿੱਚੋਂ ਪੋਜ਼ਿਟਿਵ ਚਾਰਜ ਇਹਦੇ ਤੇ ਸਟੋਰ ਹੋਣ ਗਿਆ, ਜਾਂ ਇਦਾਂ ਕਹਿ ਲਓ ਜਦੋਂ ਅਗਲਾ ਇਲੈਕਟ੍ਰੋਨ ਇਹਦੇ ਉੱਤੇ ਸਟੋਰ ਹੋਣ ਗਿਆ ਤੇ ਪਹਿਲੋਂ ਤੋਂ ਪਏ ਇਲੈਕਟ੍ਰੋਨ ਨੂੰ ਰਿਪੈਲ ਕਰਦੇ, ਜਿਹੜੇ ਪਹਿਲੋਂ ਤੋਂ ਪਏ ਇਲੈਕਟ੍ਰੋਨ ਉਹਨੂੰ ਰਿਪੈਲ ਕਰਦੇ, ਤੇ ਇੱਥੇ ਜਿਹੜੇ ਮੇਰੇ ਕੋਲ ਨੈਗੇਟਿਵ ਚਾਰਜ ਨੇ ਉਹ ਵੀ ਇਹਨੂੰ ਰਿਪੈਲ ਕਰਕੇ ਧੱਕਾ ਮਾਰਦੇ, ਹਨਾ। ਉਹ ਇਹਨੂੰ ਰਿਪੈਲ ਕਰਕੇ ਇਹਦੇ ਤੇ ਸਟੋਰ ਕਰਨਾ ਚਾਹ ਰਹੇ, ਇਹ ਰਿਪੈਲ ਕਰਕੇ ਵਾਪਸ ਮੋੜਨਾ ਚਾਹ ਰਿਹਾ, ਤੇ ਇੱਕ ਸਟੇਜ ਆ ਜਾਏਗੀ, ਠੀਕ ਹੈ, ਜਦੋਂ ਐਸਾ ਚ ਫਰਦਰ ਇਹਦੇ ਤੇ ਚਾਰਜ ਸਟੋਰ ਨਹੀਂ ਹੋਣਾ। ਜਦੋਂ ਇਹਨਾਂ ਪਲੇਟਸ ਦੇ ਉੱਤੇ ਫਰਦਰ ਚਾਰਜ ਸਟੋਰ ਨਹੀਂ ਨਾ ਹੋਏਗਾ, ਅਸੀਂ ਵਰਡ ਯੂਜ਼ ਕਰਾਂਗੇ ਇਹਨਾਂ ਪਲੇਟਾਂ ਦਾ ਪੋਟੈਂਸ਼ੀਅਲ ਜਿਹੜਾ ਮੈਕਸਿਮਮ ਹੋ ਚੁੱਕਾ। ਮਤਲਬ ਇਹ ਇੰਨਾ ਕੋ ਹੁਣ ਜ਼ੋਰ ਲਾ ਦਿੰਦੇ ਆਉਣ ਵਾਲੇ ਚਾਰਜ ਨੂੰ ਆਪਣੇ ਤੱਕ ਆਣ ਹੀ ਨਹੀਂ ਦਿੰਦੇ, ਮਤਲਬ ਇਹ ਇੰਨਾ ਕੁ ਵਰਕ ਕਰਦੇ ਆ ਕਿ ਵੀ ਹੁਣ ਅਗਲਾ ਚਾਰਜ ਨਹੀਂ ਇੱਥੇ ਸਟੋਰ ਹੋ ਸਕਦਾ। ਉਸ ਲਾਈਨ ਨੂੰ ਬੋਲਿਆ ਜਾਂਦਾ ਕਿ ਵੀ ਇਹਨਾਂ ਪਲੇਟਸ ਦੇ ਚਾਰਜ ਸਟੋਰੇਜ ਜਿਹੜੀ ਆ ਉਹ ਉਦੋਂ ਤੱਕ ਕੰਟੀਨਿਊ ਹੋਊਗੀ ਜਦੋਂ ਤੱਕ ਇਹਨਾਂ ਪਲੇਟਸ ਦਾ ਪੋਟੈਂਸ਼ੀਅਲ ਜਿਹੜਾ ਵਾ ਉਹ ਮੈਕਸਿਮਮ ਨਹੀਂ ਹੋ ਜਾਂਦਾ। ਕੀ ਆਪ ਵਰਡ ਸਮਝ ਆਇਆ? सर रिपीट कर दो। ਜਦੋਂ ਇਹਨਾਂ ਪਲੇਟ ਤੇ ਚਾਰਜ ਸਟੋਰ ਹੋਈ ਚੱਲੂਗਾ, ਪਾਣੀ ਦੀ ਮੈਂ ਇੱਕ ਗਲਾਸ ਦੇ ਵਿੱਚ ਪਾਣੀ ਭਰੀ ਚੱਲੂਗਾ, ਉਦੋਂ ਤੱਕ ਹੀ ਭਰੂੰਗਾ ਨਾ ਜਦੋਂ ਤੱਕ ਗਲਾਸ ਨੱਕੋ ਨੱਕ ਨਹੀਂ ਹੋ ਜਾਂਦਾ। यस सर। यस सर। ਇਦਾਂ ਹੀ ਇਹਨਾਂ ਪਲੇਟਾਂ ਤੇ ਜੇ ਚਾਰਜ ਸਟੋਰ ਹੁੰਦੇ ਪਏ ਆ, ਇਹਦੀ ਵੀ ਤਾਂ ਐਬਿਲਿਟੀ ਹੋਏਗੀ ਇੱਕ ਲੈਵਲ ਤੱਕ ਚਾਰਜ ਨੂੰ ਸਟੋਰ ਕਰਨ ਦੀ। ਅਸੀਂ ਕਹਿੰਦੇ ਉਹਨੂੰ ਡਿਸਾਈਡ ਕਿਸ ਤਰ੍ਹਾਂ ਕਰਦੇ ਆ
कि भी जदों इन्हां प्लेट्स का पोटेंशियल मैक्सिमम हो गया फर्दर ये होर अगले चार्ज नूं अपने तक पहुंचण नहीं दिंदे ਅਸੀਂ ਕਹਿੰਦੇ जी उदों तक चार्ज इन्हां प्लेट्स ते स्टोर हुंदा चला गया इनू मैथमेटिकली ਅਸੀਂ इदां लिख दिंदे कि जिहड़ी अमाउंट ऑफ चार्ज स्टोरेज होएगी इट इज डायरेक्टली प्रोपोर्शनल टू पोटेंशियल ऑफ द गिवन प्लेट जदों प्लेट का पोटेंशियल मैक्सिमम हो गया ते मैक्सिमम चार्ज उस प्लेट ते स्टोर हो चुका ठीक है तो जे मैं प्रोपोर्शनैलिटी का साइन हटा के इक्वालिटी लगाना ते इथे कांस्टेंट c आएगा where c is called as the capacitance of the given conductor ਤੇ c ਮੇਰੇ ਕੋਲ ਜਿਹੜਾ ਵਾ ਉਹ ਐਸ ਸੱਚ ਮੇਰੇ ਗਿਵਨ ਕੰਡਕਟਰ ਦਾ ਆਪਾਂ ਕਿਤੇ ਵੀ ਵਰਡ ਹਜੇ ਕਪੈਸਿਟਰ ਨਹੀਂ ਲਿੱਤਾ ਆਪਾਂ ਜਨਰਲ ਕੰਡਕਟਰ ਕਹਿੰਦੇ ਪਏ ਕੋਈ ਵੀ ਮੈਟਲ ਪਲੇਟ ਲੈ ਲਵਾਂ ਉਹ ਮੇਰੀ ਕੰਡਕਟਰ ਠੀਕ ਹੈ ਤੇ ਕਿਸੇ ਵੀ ਪਲੇਟ ਦੀ ਕਪੈਸਿਟੈਂਸ ਜਿਹੜੀ ਆ it is the ratio of amount of charge stored to that of the potential raised of the plate ਜਿੰਨਾ ਜਿੰਨਾ q ਵੱਧਦਾ ਜਾਣਾ ਕਪੈਸਿਟੈਂਸ ਜਿਹੜੀ ਆ ਕਿਸੇ ਪਲੇਟ ਦੀ ਕਾਂਸਟੈਂਟ ਆ ਕਿੰਨੀ ਕਪੈਸਿਟੀ ਉਹ ਫਿਕਸ ਵਾ ठीक है ਇਹਦਾ ਮਤਲਬ c ਇਹਨਾਂ ਦੋ ਚੀਜ਼ਾਂ ਦੀ ਰੇਸ਼ੋ ਆ ਠੀਕ ਹੈ c ਇਹਨਾਂ ਦੋ ਚੀਜ਼ਾਂ ਦੀ ਰੇਸ਼ੋ ਆ ਤੇ ਪੁੱਤ ਜੇ ਰੇਸ਼ੋ ਕਾਂਸਟੈਂਟ ਆ ਤੇ ਉਹਦਾ ਮਤਲਬ ਆ ਜਿੰਨਾ ਜਿੰਨਾ q ਨੇ ਵਧੀ ਜਾਣਾ ਉਦਾਂ ਉਹਦਾ v ਵੀ ਵਧਦਾ ਜਾਏਗਾ क्या इतनी गल समझ लग रही यस सर yes sir yes sir ਜਦੋਂ ਇਸ ਪਲੇਟ ਤੇ ਪਹਿਲਾ ਚਾਰਜ ਸਟੋਰ ਹੋਇਆ ਹੈਨਾ ਤੇ ਅਗਲਾ ਚਾਰਜ ਸਟੋਰ ਹੋਣ ਗਿਆ ਠੀਕ ਹੈ ਜੀ ਉਸ ਅਗਲੇ ਪੋਜ਼ਿਟਿਵ ਚਾਰਜ ਨੂੰ ਇਹਦੇ ਇਲੈਕਟ੍ਰੋਲਾਈਟ ਚ ਪਏ ਪੋਜ਼ਿਟਿਵ ਚਾਰਜ ਨੇ ਧੱਕਾ ਮਾਰਿਆ ਪਲੇਟ ਵੱਲੋਂ ਤੇ ਪਲੇਟ ਨੇ ਧੱਕਾ ਵਾਪਸ ਮਾਰਿਆ ਪਰ ਕਿਉਂਕਿ ਇੱਥੇ ਕਿੰਨੇ ਸਾਰੇ ਪੋਜ਼ਿਟਿਵ ਇਕੱਠੇ ਬੈਠੇ ਸੀਗੇ ਹਨਾ ਉਹਨਾਂ ਦਾ ਧੱਕਾ ਜ਼ਿਆਦਾ ਜ਼ੋਰਦਾ ਸੀ ਠੀਕ ਹੈ ਤੇ ਇਹਦਾ ਧੱਕਾ ਹੌਲੀ ਸੀ ਇਸ ਲਈ ਉਹ ਚਾਰਜ ਇੱਥੇ ਸਟੋਰ ਹੋ ਗਿਆ ठीक है जी ਇਹਦਾ ਮਤਲਬ ਕੀ ਹੋਇਆ ਇੱਥੇ ਚਾਰਜ ਦੀ ਅਮਾਉਂਟ ਅੱਗੇ ਨਾਲੋਂ ਵੱਧ ਗਈ ਹੁਣ ਜਦੋਂ ਅਗਲਾ ਚਾਰਜ ਇਧਰੋਂ ਚੱਲਿਆ ਇਹਨਾਂ ਨੇ ਧੱਕਾ ਮਾਰਿਆ ਉਹਨੇ ਵਾਪਸ ਧੱਕਾ ਮਾਰਿਆ ਠੀਕ ਹੈ ਪਰ ਹੁਣ ਇਦਾਂ ਦੀ ਸਿਚੁਏਸ਼ਨ ਆ ਚੁੱਕੀ ਆ ਜਿੰਨਾ ਕੁ ਜ਼ੋਰ ਦੀ ਇਹ ਧੱਕਾ ਮਾਰ ਕੇ ਆਪਣੇ ਅੱਗੇ ਉਹਨੂੰ ਚਾਰਜ ਦੇ ਦਿੱਤੇ ਭੇਜ ਦਿੰਦੇ ਸੀਗੇ ਹੁਣ ਉਨਾ ਹੀ ਇਹਨਾਂ ਨੇ ਵਾਪਸ ਮੋੜ ਦਿੱਤਾ ਇਹਦਾ ਮਤਲਬ ਇਹ ਹੋਇਆ ਕਿ ਜਿੰਨਾ ਜਿੰਨਾ ਇਹਨਾਂ ਪਲੇਟਸ ਤੇ ਚਾਰਜ ਦੀ ਅਮਾਉਂਟ ਵੱਧਦੀ ਜਾਏਗੀ ਤੇ ਉਦਾਂ ਉਦਾਂ ਇਹਨਾਂ ਪਲੇਟਸ ਦਾ ਪੋਟੈਂਸ਼ੀਅਲ ਵੀ ਇਨਕਰੀਜ਼ ਕਰਦਾ ਜਾਊ यस yes sir yes sir ਇਸ ਲਈ c ਜਿਹੜਾ ਹੋਏਗਾ ਉਹ q ਤੇ v ਦੀ ਰੇਸ਼ੋ ਆ ਤੇ ਰੇਸ਼ੋ 'ਚ ਜਦੋਂ ਇੱਕ ਚੀਜ਼ ਵੱਧਦੀ ਆ ਦੂਜੀ ਵੀ ਨਾਲ ਨਾਲ ਵੱਧਦੀ ਆ ਤਾਂ ਰੇਸ਼ੋ ਮੇਰੀ ਕਾਂਸਟੈਂਟ ਬਣੀ ਰਹੇਗੀ ਸੋ ਕਪੈਸਿਟੈਂਸ ਜਿਹੜੀ ਹੋਏਗੀ ਠੀਕ ਹੈ ਕਪੈਸਿਟੈਂਸ ਇਸ ਮੂਮੈਂਟ ਤੇ ਕਾਂਸਟੈਂਟ ਰਹੇਗੀ ਔਰ ਕਪੈਸਿਟੈਂਸ ਦਾ ਯੂਨਿਟ ਕੀ ਹੋਏਗਾ ਤੇ ਕਪੈਸਿਟੈਂਸ ਨੂੰ ਅਸੀਂ ਮੇਜ਼ਰ ਕਰਦੇ ਹਾਂ ਇਹਦਾ SI ਯੂਨਿਟ ਜਿਹੜਾ ਉਹ ਫੈਰਡ ਆਪਾਂ ਸਿਰਫ 2-3 ਮਿੰਟ ਹੋਰ ਲਾਣੇ कैपेसिटेंस ਦਾ SI यूनिट फैरड ਹੈ ਇਹਨੂੰ ਅਸੀਂ ਫੈਰਡ ਚ ਮੇਜ਼ਰ ਕਰਦੇ ਹਾਂ ਠੀਕ ਹੈ ਤੇ ਕਪੈਸਿਟੈਂਸ ਨੂੰ ਅਸੀਂ 1 ਫੈਰਡ ਦੀ ਫਾਰਮ ਚ ਡਿਫਾਈਨ ਕਰਨਾ ਹੋਵੇ ਤਾਂ ਅਸੀਂ ਕਹਿੰਦੇ ਕਪੈਸਿਟੈਂਸ 1 ਫੈਰਡ ਹੋਏਗੀ ਕਪੈਸਿਟੈਂਸ 1 ਫੈਰਡ ਹੋਏਗੀ ਜੇ 1 ਕੂਲਮ ਚਾਰਜ ਜਦੋਂ ਪਲੇਟ ਤੇ ਸਟੋਰ ਹੋਏਗਾ ਇਟ ਵਿਲ ਇਨਕਰੀਜ਼ ਦਾ ਪੋਟੈਂਸ਼ੀਅਲ ਬਾਈ 1 ਵੋਲਟ ਮਤਲਬ ਜਦੋਂ 0 ਕੂਲਮ ਚਾਰਜ ਸੀਗਾ ਪਲੇਟ ਤੇ ਪੋਟੈਂਸ਼ੀਅਲ ਵੀ 0 ਸੀ ਹੁਣ ਜਿੰਨਾ ਜਿੰਨਾ ਚਾਰਜ ਸਟੋਰ ਹੁੰਦਾ ਇਹਦਾ ਚਾਰਜ ਪਲੇਟ ਦੇ ਉੱਤੇ 1 ਕੂਲਮ ਪਹੁੰਚ ਗਿਆ ਤੇ ਚਾਰਜ ਦੇ ਵਧਣ ਨਾਲ ਇਸ ਪਲੇਟ ਦਾ ਪੋਟੈਂਸ਼ੀਅਲ ਵੀ 0 ਤੋਂ ਵੱਧ ਕੇ 1 ਵੋਲਟ ਆ ਗਿਆ ਇਹਦਾ ਮਤਲਬ ਜੇ ਐਸਾ ਜਿੱਦਾਂ ਬੋਲੀਏ ਕਿ ਇਫ ਕਹਿੰਦਾ ਜੀ ਚਾਰਜ ਆਫ 1 ਕੂਲਮ ਵਿਲ ਇਨਕਰੀਜ਼ ਦਾ ਪੋਟੈਂਸ਼ੀਅਲ ਆਫ ਪਲੇਟ ਬਾਈ 1 ਵੋਲਟ then capacitance of conductor is said to be 1 farad clear है अगर हाँ जी yes सर sir yes yes sir इतना समय